ਸਨਮਾਨਯੋਗ ਗੁਰੂ ਨਿਵਾਜੀ ਸਾਧ ਸੰਗਤ ਜੀਓ, ਆਪ ਜੀ ਸਤਿਗੁਰੂ ਜੀ ਦੀ ਪਰਮ ਪਵਿੱਤਰ ਹਜ਼ੂਰੀ ਅੰਦਰ ਸੱਜ ਬੈਠੇ ਹੋ। ਨਿਤਨੇਮ ਦੀ ਬਾਣੀ ਦਾ ਪਾਠ ਅਤੇ ਗੁਰਬਾਣੀ ਕੀਰਤਨ ਆਪ ਜੀ ਨੇ ਸਰਵਨ ਕੀਤਾ ਹੈ। ਆਓ ਹੁਣ ਆਪਣੀਆਂ ਮਨੋਬਿਰਤੀਆਂ ਗੁਰਬਾਣੀ ਦੀ ਵਿਚਾਰਧਾਰਾ ਨਾਲ ਜੋੜੀਏ। ਅੱਜ ਜੋ ਆਪਾਂ ਵਿਚਾਰ ਸਾਂਝੀ ਕਰਨੀ ਹੈ, ਇਹ 21ਵੀਂ ਅਸ਼ਟਪਦੀ ਦਾ ਪਹਿਲਾ ਬੰਦ ਹੈ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ ਨੰਬਰ 290 ਤੇ ਦਰਜ ਹੈ। ਇਸ ਅਸ਼ਟਪਦੀ ਦਾ ਸ਼ਲੋਕ ਆਪਾਂ ਪਿਛਲੇ ਸ਼ੁੱਕਰਵਾਰ ਸਮਝ ਲਿਆ ਸੀ। ਇੱਕ ਵਾਰੀ ਸੰਖੇਪ ਵਿੱਚ ਫਿਰ ਸ਼ਲੋਕ ਵੱਲ ਧਿਆਨ ਲੈ ਜਾਈਏ, ਜਿਸ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਉਸ ਅਕਾਲ ਪੁਰਖ ਵਾਹਿਗੁਰੂ ਜੀ ਦਾ ਦਰਸ਼ਨ ਸਾਨੂੰ ਕਰਵਾਉਂਦੇ ਹਨ। ਵੈਸੇ ਆਪਾਂ ਬਹੁਤ ਵਾਰੀ ਇਸ ਤਰ੍ਹਾਂ ਸੁਣਦੇ ਹਾਂ ਕਿ ਕੁਝ ਧਾਰਮਿਕ ਖਿਆਲਾਂ ਦੇ ਮਨੁੱਖ ਬਹੁਤ ਵਾਰੀ ਇਸ ਤਰ੍ਹਾਂ ਕਹਿੰਦੇ ਸੁਣੀਦੇ ਹਨ ਕਿ ਮੈਨੂੰ ਪਰਮਾਤਮਾ ਦੇ ਦਰਸ਼ਨ ਹੋਏ ਹਨ, ਮੈਨੂੰ ਪਰਮਾਤਮਾ ਮਿਲਿਆ ਸੀ। ਤੇ ਉਦਾਹਰਨ ਦੇ ਤੌਰ ਤੇ ਅਸੀਂ ਕਹਿ ਸਕਦੇ ਹਾਂ ਕਿ ਆਮ ਜਿਹੜੀ ਕਹਾਣੀ ਪ੍ਰਚਲਿਤ ਹੈ ਕਿ ਭਗਤ ਨਾਮਦੇਵ ਜੀ ਨੂੰ ਅਕਾਲ ਪੁਰਖ ਵਾਹਿਗੁਰੂ ਜੀ ਦੇ 72 ਵਾਰੀ ਦਰਸ਼ਨ ਹੋਏ। ਤੇ ਇਸ ਤਰ੍ਹਾਂ ਵੀ ਕਹਿ ਸਕਦੇ ਹਾਂ, ਲੋਕ ਕਹਿੰਦੇ ਨੇ ਧੰਨੇ ਭਗਤ ਦੀਆਂ ਮੱਝਾਂ ਤੇ ਗਊਆਂ ਚਾਰੀਆਂ, ਉਸ ਦਾ ਖੂਹ ਜੋਤਿਆ, ਉਸ ਦੀ ਖੇਤੀ ਕੀਤੀ, ਇਤਿਆਦਿਕ ਕਰਮ। ਪਰ ਜੇ ਗੁਰੂ ਅਰਜਨ ਦੇਵ ਮਹਾਰਾਜ ਦੀ ਵਿਚਾਰਧਾਰਾ ਆਪਾਂ ਪੜ੍ਹੀਏ ਜਾਂ ਸਿੱਖੀ ਦੀ ਵਿਚਾਰਧਾਰਾ ਪੜ੍ਹੀਏ ਤੇ ਇਸ ਤਰ੍ਹਾਂ ਦਾ ਕੁਝ ਨਜ਼ਰ ਹੀ ਨਹੀਂ ਆਉਂਦਾ ਵੀ ਰੱਬ ਨੂੰ ਕਿਸੇ ਦੇ ਇਸ ਢੰਗ ਨਾਲ ਦਰਸ਼ਨ ਹੋਏ ਹੋਣ, ਇਸ ਢੰਗ ਨਾਲ ਰੱਬ ਕਿਸੇ ਨੂੰ ਮਿਲਿਆ ਹੋਵੇ। ਤੁਸੀਂ ਆਪਣੇ ਮਨ ਵਿੱਚ ਇਮੈਜਿਨ ਕਰੋ ਕਿ ਤੁਸੀਂ ਪਰਮਾਤਮਾ ਨੂੰ ਵੇਖਿਆ, ਤੇ ਜਦੋਂ ਤੁਸੀਂ ਇਸ ਤਰ੍ਹਾਂ ਸੋਚੋਗੇ ਕਿ ਮੈਂ ਪਰਮਾਤਮਾ ਨੂੰ ਵੇਖਿਆ ਹੈ ਜਾਂ ਮੈਂ ਵੇਖਣਾ ਚਾਹੁੰਦਾ, ਤੇ ਇੱਕਦਮ ਸਾਡੇ ਦਿਮਾਗ ਵਿੱਚ ਰੱਬ ਜੀ ਦੀ ਕੋਈ ਤਸਵੀਰ ਆਏਗੀ ਤੇ ਉਸ ਤਸਵੀਰ ਦੇ ਰਾਹੀਂ ਸਾਨੂੰ ਕਿਸੇ ਮਹਾਂਪੁਰਸ਼ ਦਾ ਦਰਸ਼ਨ, ਕਿਸੇ ਗੁਰੂ ਪੀਰ ਫਕੀਰ ਦਾ ਜਦੋਂ ਸੀ ਸੰਸਾਰ ਵਿੱਚ ਤੇ ਜਿਹੋ ਜਿਹਾ ਸਰੀਰ ਉਹਦਾ ਕਲਪਨਾ ਕੀਤਾ ਗਿਆ ਹੈ, ਉਸ ਦੀਆਂ ਤਸਵੀਰਾਂ ਬਣਾਈਆਂ ਗਈਆਂ ਨੇ ਤੇ ਉਹੋ ਜਿਹਾ ਕੁਝ ਸਾਡੇ ਦਿਮਾਗ ਵਿੱਚ ਆ ਜਾਂਦਾ ਹੈ। ਪਰ ਜੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਵਿਚਾਰਧਾਰਾ ਆਪਾਂ ਪੜ੍ਹਾਂਗੇ, ਉਸ ਨੂੰ ਸਮਝਾਂਗੇ, ਤੇ ਜਿਹੜੀ ਵੀ ਤਸਵੀਰ, ਜਿਹੜਾ ਵੀ ਆਕਾਰ ਪਰਮਾਤਮਾ ਦਾ ਸਾਡੇ ਦਿਮਾਗ ਵਿੱਚ ਬਣੇਗਾ, ਉਹ ਢਹਿ ਢੇਰੀ ਹੋ ਜਾਏਗਾ। ਤੇ ਅਸੀਂ ਫਿਰ ਕਿਵੇਂ ਆਖਾਂਗੇ ਕਿ ਰੱਬ ਜੀ ਦੇ ਸਾਨੂੰ ਦਰਸ਼ਨ ਹੋਏ ਨੇ, ਰੱਬ ਜੀ ਮੈਨੂੰ ਫਲਾਣੀ ਥਾਂ ਤੇ ਮਿਲੇ ਸਨ ਤੇ ਉਹਨਾਂ ਨੇ ਮੈਨੂੰ ਆਹ ਗੱਲ ਆਖੀ ਸੀ। ਉਹ ਸਾਡੀ ਸਾਰੀ ਵਿਚਾਰਧਾਰਾ ਹੀ ਟੁੱਟ ਫੁੱਟ ਜਾਏਗੀ। ਗੁਰੂ ਅਰਜਨ ਦੇਵ ਮਹਾਰਾਜ ਸਪਸ਼ਟ ਕਰਦੇ ਨੇ ਕਿ ਜਿਹੜਾ ਅਕਾਲ ਪੁਰਖ ਵਾਹਿਗੁਰੂ ਹੈ, ਉਹ ਆਕਾਰ ਤੋਂ ਰਹਿਤ। ਤੇ ਜਦੋਂ ਅਸੀਂ ਰੱਬ ਜੀ ਬਾਰੇ ਸੋਚਾਂਗੇ ਤੇ ਕੁਝ ਨਾ ਕੁਝ ਸਾਡੇ ਮਨ ਵਿੱਚ, ਸਾਡੇ ਦਿਮਾਗ ਵਿੱਚ ਉਹਦਾ ਆਕਾਰ ਬਣੇਗਾ। ਤੇ ਇਹਦਾ ਮਤਲਬ ਫਿਰ ਕੀ ਹੋਇਆ ਕਿ ਜਿਹੜਾ ਵੀ ਆਕਾਰ ਸਾਡੇ ਦਿਲ ਦਿਮਾਗ ਵਿੱਚ ਬਣਿਆ, ਉਹ ਝੂਠਾ ਸੀ।
ਉਹ ਗਲਤ ਹੈ, ਕਿਉਂਕਿ ਗੁਰੂ ਅਰਜਨ ਦੇਵ ਮਹਾਰਾਜ ਸੱਚ ਫਰਮਾ ਰਹੇ ਨੇ ਕਿ ਉਹ ਨਿਰਾਕਾਰ ਹੈ। ਉਸ ਪ੍ਰਮਾਤਮਾ ਦਾ ਕੋਈ ਆਕਾਰ ਹੀ ਨਹੀਂ। ਜੇ ਆਕਾਰ ਨਹੀਂ ਤੇ ਫਿਰ ਅਸੀਂ ਕਿੱਥੋਂ ਲੈ ਆਂਦਾ? ਜਾਂ ਫਿਰ ਸਾਡਾ ਕੋਈ ਗਿਆਨ ਗੁਰੂ ਅਰਜਨ ਦੇਵ ਮਹਾਰਾਜ ਨਾਲੋਂ ਵੱਧ ਗਿਆ? ਐਸਾ ਹੋ ਨਹੀਂ ਸਕਦਾ। ਗੁਰੂ ਸਾਹਿਬ ਫਰਮਾ ਰਹੇ ਨੇ, ਅਕਾਲ ਪੁਰਖ ਵਾਹਿਗੁਰੂ ਨੂੰ ਜੇ ਤੁਸੀਂ ਵੇਖਣਾ ਚਾਹੁੰਦੇ ਹੋ ਤੇ ਇਹਨਾਂ ਸਭ ਜੀਵਾਂ ਵਿੱਚ ਵੇਖੋ। ਜੇ ਤੁਸੀਂ ਚਾਹੁੰਦੇ ਹੋ, ਆਖਣਾ ਕਿਸੇ ਨੂੰ ਦੱਸਣਾ ਚਾਹੁੰਦੇ ਹੋ ਕਿ ਮੈਨੂੰ ਰੱਬ ਮਿਲਿਆ, ਤੇ ਫਿਰ ਤੁਹਾਨੂੰ ਇਹਨਾਂ ਸਾਰੀਆਂ ਜੀਵਾਂ ਵਿੱਚੋਂ, ਸਾਰੀਆਂ ਚੀਜ਼ਾਂ ਵਿੱਚੋਂ ਵੇਖਣਾ ਹੋਏਗਾ, ਤੇ ਫਿਰ ਤੁਸੀਂ ਕਹਿ ਸਕਦੇ ਹੋ ਕਿ ਮੈਨੂੰ ਰੱਬ ਮਿਲਿਆ। ਮੈਂ ਰੱਬ ਦੀ ਆਵਾਜ਼ ਸੁਣੀ, ਰੱਬ ਨੇ ਮੇਰੇ ਨਾਲ ਗੱਲਾਂ ਕੀਤੀਆਂ। ਤੁਸੀਂ ਛੋਟੇ ਛੋਟੇ ਪੰਛੀਆਂ ਦੇ ਬੱਚੇ, ਉਹਨਾਂ ਨੂੰ ਚਹਿਚਕਾਉਂਦਿਆਂ ਸੁਣੋ, ਕਿੰਨੀ ਮਿੱਠੀ ਤੇ ਪਿਆਰੀ ਆਵਾਜ਼ ਉਹਨਾਂ ਦੀ ਹੁੰਦੀ ਹੈ। ਜਦੋਂ ਕੰਨਾਂ ਨਾਲ ਟਕਰਾ ਕੇ ਅੰਦਰ ਜਾਂਦੀ ਹੈ, ਕਿਆ ਠੰਡ ਪੈ ਜਾਂਦੀ ਹੈ। ਤੇ ਫਿਰ ਕਦੀ ਜਦੋਂ ਆਕਾਸ਼ ਵਿੱਚ ਕਾਲੀਆਂ ਘਟਾਵਾਂ ਚੜ੍ਹ ਕੇ ਆਉਣ ਤੇ ਜ਼ੋਰ ਨਾਲ ਉਹ ਗਰਜੇ ਤੇ ਸਾਡੇ ਕੋਠੇ ਮਠਲੇ ਸਭ ਕੰਬ ਜਾਣ, ਤੇ ਉਸ ਆਵਾਜ਼ ਨੂੰ ਵੀ ਸੁਣ ਕੇ ਇਸ ਤਰ੍ਹਾਂ ਸਮਝੋ ਕਿ ਇਹ ਆਵਾਜ਼ ਵੀ ਰੱਬ ਦੀ ਹੈ। ਜਦੋਂ ਇਹਨਾਂ ਦੋਹਾਂ ਚੀਜ਼ਾਂ ਵਿੱਚੋਂ ਸਾਨੂੰ ਰੱਬ ਦੀ ਆਵਾਜ਼ ਸੁਣਨ ਲੱਗ ਪਈ, ਉਦੋਂ ਪੂਰੀ ਦੁਨੀਆ ਦੇ ਹਰ ਜੀਵ ਜੰਤੂ ਵਿੱਚੋਂ, ਈਵਨ ਹਵਾ ਵਿੱਚੋਂ, ਚੱਲਦੇ ਹੋਏ ਪਾਣੀ ਦੇ ਚਸ਼ਮੇ ਵਿੱਚੋਂ ਸਾਨੂੰ ਰੱਬ ਗੱਲਾਂ ਕਰਦਾ ਨਜ਼ਰ ਆਏਗਾ। ਤੇ ਜੇ ਇਹੋ ਜਿਹੀ ਅਵਸਥਾ ਨਹੀਂ ਬਣੀ, ਤੇ ਫਿਰ ਜਿਹੜਾ ਵੀ ਬੰਦਾ ਕਹਿ ਰਿਹਾ ਮੈਨੂੰ ਰੱਬ ਜੀ ਦੇ ਦਰਸ਼ਨ ਹੋਏ ਨੇ, ਮੇਰੇ ਨਾਲ ਗੱਲਾਂ ਹੋਈਆਂ, ਉਹ ਝੂਠ ਬੋਲਦਾ। ਸਿੱਧੀ ਜਿਹੀ ਕਹਾਣੀ ਹੈ। ਗੁਰੂ ਅਰਜਨ ਦੇਵ ਮਹਾਰਾਜ ਫਰਮਾਉਂਦੇ ਨੇ, ਸਰਗੁਣ, ਜਦੋਂ ਸਰਗੁਣ ਦੀ ਗੱਲ ਕਰਦੇ ਨੇ ਤੇ ਉਹਦੇ ਵਿੱਚ ਆਪਾਂ ਸਾਰੇ ਹੀ ਹਾਂ। ਇਹ ਸਾਰੀ ਬਿਲਡਿੰਗ, ਇਹ ਸਭ ਬਿਜਲੀ, ਪੱਖੇ, ਜੋ ਕੁਝ ਸਾਨੂੰ ਨਜ਼ਰ ਆਉਂਦਾ ਹੈ, ਇਹ ਸਭ ਰੱਬ ਹੀ ਹੈ ਜਦੋਂ ਸਰਗੁਣ ਦੀ ਗੱਲ ਕਰਦੇ ਨੇ। ਤੇ ਜਦੋਂ ਨਿਰਗੁਣ ਦੀ ਗੱਲ ਕਰਦੇ ਨੇ, ਉਹਦਾ ਮਤਲਬ ਹੁੰਦਾ ਮਾਇਆ ਦੇ ਤਿੰਨਾਂ ਗੁਣਾਂ ਤੋਂ ਵੱਖਰਾ। ਮਾਇਆ ਦੇ ਤਿੰਨੇ ਗੁਣ, ਜੋ ਕੁਝ ਸਾਨੂੰ ਦਿਸਦਾ, ਜੋ ਨਾ ਦਿਸਦਾ, ਜੋ ਕੁਝ ਵੀ ਹੈ, ਸਭ ਮਾਇਆ ਦੇ ਤਿੰਨ ਗੁਣ ਨੇ। ਰਜ ਗੁਣ, ਤਮ ਗੁਣ, ਸਤ ਗੁਣ ਕਹੀਐ, ਤੇਰੀ ਸਭ ਮਾਇਆ। ਤੇ ਜਦੋਂ ਅਸੀਂ ਇਸ ਨੂੰ ਨਿਰਗੁਣ ਵਿੱਚ ਵੇਖਾਂਗੇ ਤੇ ਉਸ ਦਾ ਕੋਈ ਆਕਾਰ ਨਹੀਂ ਰਹਿ ਜਾਏਗਾ। ਫਿਰ ਗੁਰੂ ਸਾਹਿਬ ਫਰਮਾ ਰਹੇ ਨੇ, ਸੁੰਨ ਸਮਾਧੀ ਆਪ। ਉਹ ਸੁੰਨ ਅਵਸਥਾ ਵਿੱਚ ਵੀ ਆਪ ਹੁੰਦਾ ਹੈ, ਸਰਗੁਣ ਵਿੱਚ ਵੀ ਆਪ ਹੁੰਦਾ ਹੈ, ਤੇ ਨਿਰਗੁਣ ਵਿੱਚ ਵੀ ਆਪ ਹੁੰਦਾ ਹੈ। ਇਹ ਤਿੰਨੇ ਅਵਸਥਾਵਾਂ ਉਸ ਮਾਲਕ ਦੀਆਂ ਆਪਣੀਆਂ ਨੇ। ਨਾ ਤੇ ਉਹ ਸਾਡੀ ਸਿਫਾਰਿਸ਼ ਨਾਲ ਸਰਗੁਣ ਵਿੱਚ ਤਬਦੀਲ ਹੁੰਦਾ ਹੈ, ਨਾ ਸਾਡੇ ਆਖਣ ਨਾਲ ਉਹ ਨਿਰਗੁਣ ਵਿੱਚ ਚਲਾ ਜਾਂਦਾ ਹੈ, ਤੇ ਨਾ ਸਾਡੀਆਂ ਗੱਲਾਂ ਬਾਤਾਂ ਸੁਣ ਕੇ ਉਹ ਸੁੰਨ ਸਮਾਧੀ ਵਿੱਚ ਚਲਾ ਜਾਂਦਾ ਹੈ। ਇਹ ਉਹਦੀ ਆਪਣੀ ਮੌਜ ਏ, ਆਪਣੀ ਉਹਦੀ ਮਰਜ਼ੀ ਏ। ਤੇ ਇਹ ਸੰਸਾਰ ਨੂੰ ਉਹ ਪੈਦਾ ਕਰਦਾ ਹੈ, ਸਰਗੁਣ ਬਣ ਜਾਂਦਾ ਹੈ। ਜਦੋਂ ਇਹ ਸਭ ਕੁਝ ਉਹਦੇ ਵਿੱਚ ਲੀਨ ਹੋ ਜਾਂਦਾ ਹੈ, ਉਦੋਂ ਨਿਰਗੁਣ ਦਾ ਰੂਪ ਧਾਰਨ ਕਰ ਜਾਂਦਾ ਹੈ। ਤੇ ਜਦੋਂ ਫੁਰਨਾ ਰਹਿਤ ਹੋ ਜਾਏ, ਕੋਈ ਸੰਕਲਪ, ਕੋਈ ਵਿਕਲਪ ਜਦੋਂ ਖਤਮ ਹੋ ਜਾਏ ਹਰ ਗੱਲ, ਉਦੋਂ ਸੁੰਨ ਸਮਾਧੀ ਵਿੱਚ ਚਲਾ ਜਾਂਦਾ ਹੈ। ਸੋ ਇਹ ਤਿੰਨ ਰੂਪ ਮਾਲਕ ਦੇ ਗੁਰੂ ਅਰਜਨ ਦੇਵ ਮਹਾਰਾਜ ਸਾਨੂੰ ਦਰਸਾ ਰਹੇ ਨੇ। ਤੇ ਹੁਣ ਅਗਲੀ ਗੱਲ ਜਿਹੜੀ ਕਹਿੰਦੇ ਨੇ, ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਪ। ਜੇ ਕਿਤੇ ਅਸੀਂ ਭੁੱਲ ਭੁਲੇਖੇ 2-4 ਵਾਰੀ ਵਾਹਿਗੁਰੂ ਆਖ ਵੀ ਲਈਏ, ਤੇ ਉਹ ਹੰਕਾਰ ਦੇ ਸਿਰੇ ਤੇ ਅਸੀਂ ਪਹੁੰਚ ਜਾਂਦੇ ਹਾਂ ਕਿ ਮੈਂ ਬੜਾ ਨਾਮ ਜਪਿਆ। ਅੱਜ ਤੂੰ ਕਦੋਂ ਜਪਿਆ? ਜਦੋਂ ਤੂੰ ਹੈ ਹੀ ਨਹੀਂ ਸੀ, ਉਦੋਂ ਕੀ ਸੀ? ਉਦੋਂ ਨਾ ਤੂੰ ਜਪ ਲਿਆ। ਜਦੋਂ ਤੂੰ ਨਹੀਂ ਹੋਵੇਂਗਾ, ਉਦੋਂ ਕੌਣ ਜਪੇਗਾ? ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਪ। ਇਹ ਸਾਰੇ ਬ੍ਰਹਿਮੰਡ, ਸਾਰੇ ਜੀਵ ਜੰਤੂ, ਹਰ ਚੱਲਦੀ ਨਾ ਚੱਲਦੀ ਵਸਤੂ, ਹਰ ਦਿਸਦੀ ਨਾ ਦਿਸਦੀ ਵਸਤੂ ਉਸ ਮਾਲਕ ਨੇ ਆਪ ਬਣਾਈ ਏ। ਤੇ ਉਸ ਸਭ ਕੁਝ ਦੇ ਵਿੱਚ ਉਹ ਆਪ ਬੈਠਾ ਹੋਇਆ, ਆਪ ਵਿਦਮਾਨ ਹੈ ਨਿਰਗੁਣ ਸਵਰੂਪ ਵਿੱਚ। ਆਪੇ ਹੀ ਫਿਰ ਜਾਪ। ਤੇ ਜੋ ਕੁਝ ਆਵਾਜ਼ ਸਾਨੂੰ ਆ ਰਹੀ ਹੈ,
ਚਾਹੇ ਉਹ ਮੇਰੇ ਮੂੰਹੋਂ ਨਿਕਲੇ, ਚਾਹੇ ਤੁਹਾਡੇ ਮੂੰਹੋਂ ਨਿਕਲੇ, ਚਾਹੇ ਉਹ ਬੱਦਲਾਂ ਦੀ ਆਵਾਜ਼ ਹੋਵੇ, ਚਾਹੇ ਪਸ਼ੂ ਪੰਛੀਆਂ ਦੀ ਆਵਾਜ਼ ਹੋਵੇ, ਚਾਹੇ ਕੋਈ ਸਾਨੂੰ ਬੁਰਾ ਕਹਿ ਰਿਹਾ ਹੋਵੇ, ਚਾਹੇ ਕੋਈ ਸਾਨੂੰ ਭਲਾ ਕਹਿ ਰਿਹਾ ਹੋਵੇ, ਆਪੇ ਹੀ ਫਿਰ ਜਾਪ, ਉਹ ਆਪਣਾ ਜਾਪ ਕਰ ਰਿਹਾ ਹੈ। ਇਸ ਢੰਗ ਨਾਲ ਕਰ ਰਿਹਾ, ਇਸ ਤਰੀਕੇ ਨਾਲ ਕਰ ਰਿਹਾ ਹੈ। ਜਿੱਦਣ ਸਾਨੂੰ ਇਹ ਗੱਲ ਸਮਝ ਆ ਗਈ ਕਿ ਜੇ ਮੈਨੂੰ ਕੋਈ ਮਨੁੱਖ ਗਾਲੀਆਂ ਦੇ ਰਿਹਾ, ਮੈਨੂੰ ਬੁਰਾ ਭਲਾ ਕਹਿ ਰਿਹਾ ਹੈ, ਇਹ ਰੱਬ ਇੱਕ ਤਰ੍ਹਾਂ ਨਾਲ ਆਪਣਾ ਆਪਾ ਜਪ ਰਿਹਾ ਹੈ, ਤੇ ਸਮਝ ਲੈਣਾ ਉਦਣ ਮਨ ਸ਼ਾਂਤ ਹੋ ਜਾਏਗਾ, ਮਨ ਦੇ ਸਾਰੇ ਝੰਜਟ ਮੁੱਕ ਜਾਣਗੇ। ਤੇ ਜਿੰਨਾ ਚਿਰ ਇਹੋ ਜਿਹੀ ਅਵਸਥਾ ਨਹੀਂ ਬਣਦੀ, ਉਹਨਾਂ ਚਿਰ ਸਾਡਾ ਕੁਝ ਵੀ ਨਹੀਂ ਬਣਿਆ ਜੀ। ਠੀਕ ਇਸ ਮਾਰਗ ਤੇ ਚੱਲੇ ਆ, ਸਾਨੂੰ ਚੱਲਦੇ ਰਹਿਣਾ ਚਾਹੀਦਾ। ਅਸੀਂ ਨਿਰਾਸ਼ਾਵਾਦੀ ਨਹੀਂ ਹੋਣਾ, ਆਸ਼ਾਵਾਦੀ ਬਣਨਾ ਹੈ ਤੇ ਅੱਗੇ ਚੱਲਦੇ ਰਹਿਣਾ, ਰੁਕਣਾ ਨਹੀਂ। ਪਰ ਇਹ ਵੀ ਨਹੀਂ ਸਮਝ ਲੈਣਾ ਕਿ ਮੈਂ ਕਿਸੇ ਮੰਜ਼ਿਲ ਤੇ ਪਹੁੰਚ ਗਿਆ ਤੇ ਹੁਣ ਬਸ ਬਹੁਤ ਹੋ ਗਿਆ, ਐਸਾ ਵੀ ਨਹੀਂ। ਮੰਜ਼ਿਲ ਸਾਡੀ ਉਦਣ ਸਾਨੂੰ ਨਸੀਬ ਹੋਣੀ ਏ ਜਿਸ ਦਿਨ ਹਰ ਚੀਜ਼ ਵਿੱਚੋਂ ਮਾਲਕ ਦਿਸੇ, ਹਰ ਆਵਾਜ਼ ਜੋ ਸਾਡੇ ਕੰਨਾਂ ਤੱਕ ਪਹੁੰਚੇ, ਉਸ ਮਾਲਕ ਦੀ ਆਵਾਜ਼ ਸਾਨੂੰ ਸੁਣਾਈ ਦੇਵੇ। ਜਿਸ ਦਿਨ ਇਹੋ ਜਿਹੀ ਅਵਸਥਾ ਬਣੀ, ਉਦੋਂ ਸਮਝਣਾ ਕਿ ਤੁਸੀਂ ਰੱਬ ਜੀ ਦੇ ਬਹੁਤ ਹੁਣ ਨੇੜੇ ਚਲੇ ਗਏ ਹੋ। ਸੋ ਇਹ ਹੈ ਸ਼ਲੋਕ ਦੀ ਵਿਚਾਰਧਾਰਾ ਕਿ ਪ੍ਰਮਾਤਮਾ ਸਰਗੁਣ ਵੀ ਆਪ ਹੁੰਦਾ ਹੈ, ਨਿਰਗੁਣ ਵੀ ਆਪ ਹੁੰਦਾ ਹੈ, ਤੇ ਫੁਰਨਾ ਰਹਿਤ ਵੀ ਆਪ ਹੁੰਦਾ ਹੈ। ਸੁੰਨ ਸਮਾਧੀ ਜਿਹੜੀ ਗੱਲ ਹੈ, ਉਹ ਆਪ ਹੀ ਇਸ ਬ੍ਰਹਿਮੰਡ ਦੀ ਰਚਨਾ ਕਰਦਾ ਹੈ ਤੇ ਆਪੇ ਹੀ ਫਿਰ ਆਪਣੇ ਆਪ ਨੂੰ ਯਾਦ ਕਰਦਾ ਰਹਿੰਦਾ, ਸਾਰਿਆਂ ਜੀਵਾਂ ਵਿੱਚ ਬੈਠਾ ਹੋਇਆ। ਆਓ ਹੁਣ ਅਸੀਂ ਅਸ਼ਟਪਦੀ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਇਹਦੇ ਵਿੱਚ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਾਨੂੰ ਇੱਕ ਤਰ੍ਹਾਂ ਨਾਲ ਚਾਰ ਸਾਡੇ ਸਾਹਮਣੇ ਸਵਾਲ ਖੜੇ ਕੀਤੇ ਨੇ, ਤੇ ਫਿਰ ਉਹਨਾਂ ਚਾਰ ਸਵਾਲਾਂ ਦਾ ਜਵਾਬ ਸਾਨੂੰ ਅਖੀਰ ਤੇ ਜਾ ਕੇ ਦੇ ਦਿੱਤਾ ਹੈ। ਔਰ ਤਕਰੀਬਨ ਇਹ ਸਾਡੇ ਸਾਰਿਆਂ ਦੇ ਸਵਾਲ ਨੇ। ਜਿਹੜੇ ਲੋਕ ਅਧਿਆਤਮਿਕ ਮਾਰਗ ਤੇ ਚੱਲਦੇ ਨੇ ਨਾ, ਉਹਨਾਂ ਦੇ ਮਨਾਂ ਵਿੱਚ ਇਹ ਚੀਜ਼ਾਂ ਆਉਂਦੀਆਂ ਨੇ। ਉਹਨਾਂ ਦੇ ਸਵਾਲ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਜ਼ਬਾਨੀ, ਜਬ ਆਕਾਰ ਇਹ ਕਛ ਨਾ ਦ੍ਰਿਸ਼ਟੇਤਾ, ਜਦੋਂ ਵਾਹਿਗੁਰੂ ਜੀ ਸੁੰਨ ਸਮਾਧੀ ਵਿੱਚ ਸਨ, ਜਦੋਂ ਉਹ ਨਿਰਗੁਣ ਰੂਪ ਵਿੱਚ ਸਨ, ਜਦੋਂ ਇਹ ਕੋਈ ਆਕਾਰ ਨਜ਼ਰ ਹੀ ਨਹੀਂ ਸੀ ਆ ਰਿਹਾ, ਨਾ ਦ੍ਰਿਸ਼ਟੇਤਾ ਦਾ ਮਤਲਬ ਇਹ ਨਹੀਂ ਸੀ ਦਿਸਦਾ। ਗੁਰੂ ਨਾਨਕ ਦੇਵ ਮਹਾਰਾਜ ਜਪਜੀ ਸਾਹਿਬ ਵਿੱਚ ਫਰਮਾਉਂਦੇ ਨੇ, ਹੁਕਮੀ ਹੋਵਨ ਆਕਾਰ। ਅਸੀਂ ਵੈਸੇ ਸਾਡੇ ਸਾਇੰਸਦਾਨ ਜੁਗ ਜੁਗ ਜਿਉਂਦੇ ਰਹਿਣ, ਸਾਨੂੰ ਬੜੀਆਂ ਉਹਨਾਂ ਨੇ ਸੁੱਖ ਤੇ ਸਹੂਲਤਾਂ ਲੈ ਕੇ ਦਿੱਤੀਆਂ ਨੇ ਇਸ ਕੁਦਰਤ ਵਿੱਚੋਂ। ਉਹ ਹੋਰ ਅੱਗੇ ਵਧਣ, ਪਰ ਕਿਤੇ ਜਾ ਕੇ ਅਸੀਂ ਸਾਰੇ ਹੀ ਗਲਤ ਹੋ ਜਾਂਦੇ ਹਾਂ। ਜਿੱਥੇ ਜਾ ਕੇ ਅਸੀਂ ਕਿਸੇ ਗੱਲ ਦਾ ਅੰਤ ਲੱਭਣ ਦੀ ਕੋਸ਼ਿਸ਼ ਕਰ ਬੈਠਦੇ ਹਾਂ ਵੀ ਆਹ ਹੀ ਇਹ ਸਭ ਕੁਝ, ਇਸ ਤੋਂ ਅੱਗੇ ਕੁਝ ਨਹੀਂ, ਉੱਥੇ ਜਾ ਕੇ ਅਸੀਂ ਸਾਰੇ ਹੀ ਗਲਤ ਹੁੰਦੇ ਹਾਂ। ਚਾਹੇ ਅਸੀਂ ਧਾਰਮਿਕ ਲੋਕ ਹੋਈਏ ਤੇ ਚਾਹੇ ਅਸੀਂ ਸਾਇੰਟਿਸਟ ਹੋਈਏ। ਗੁਰੂ ਸਾਹਿਬ ਕੀ ਫਰਮਾਉਂਦੇ ਨੇ, ਜਬ ਆਕਾਰ ਏ ਕਛ ਨਾ ਦ੍ਰਿਸ਼ਟੇਤਾ, ਜਦੋਂ ਸੁੰਨ ਸਮਾਧੀ ਵਿੱਚ ਸੀ ਤੇ ਫਿਰ ਹੁਕਮੀ ਹੋਵਨ ਆਕਾਰ, ਉਹਨੇ ਸੁੰਨ ਸਮਾਧੀ ਆਪਣੀ ਖੋਲੀ ਤੇ ਵੇਖਿਆ ਤੇ ਆਕਾਰ ਬਣ ਗਏ। ਇਹ ਉਹਦਾ ਹੁਕਮ ਸੀ। ਕੋਈ ਇਹ ਨਾ ਸਮਝਣਾ ਕਿ ਉਹਨੇ ਸਰੀਰ ਕਰਕੇ ਅੱਖਾਂ ਖੋਲੀਆਂ, ਸਮਾਧੀ ਚੋਂ ਨਿਕਲਿਆ ਤੇ ਕਹਿ ਦਿੱਤਾ ਵੀ ਤੂੰ ਬਣ ਜਾ, ਤਥਾਸਤੂ। ਐਸਾ ਕੁਝ ਨਹੀਂ, ਬਸ ਇੱਕ ਸੰਕਲਪ ਹੈ। ਉਹ ਜਿਹੜੀ ਵੱਡੀ ਸ਼ਖਸੀਅਤ ਹੈ, ਉਹ ਜਿਹੜੀ ਵੱਡੀ ਹਸਤੀ ਹੈ, ਜਿਸ ਨੂੰ ਸਾਇੰਸਦਾਨ ਐਨਰਜੀ ਕਹਿ ਰਹੇ ਨੇ, ਉਸ ਵੱਡੀ ਹਸਤੀ, ਉਸ ਵੱਡੀ ਸ਼ਖਸੀਅਤ ਦਾ ਇੱਕ ਸੰਕਲਪ ਹੈ ਤੇ ਉਹਦਾ ਸੰਕਲਪ ਉਸ ਨੂੰ ਗੁਰੂ ਜੀ ਹੁਕਮ ਆਖਦੇ ਨੇ। ਉਸ ਹੁਕਮ ਦੁਆਰਾ ਇਹ ਬਹੁ ਭਾਂਤ ਦੇ ਆਕਾਰ ਬਣ ਗਏ। ਅੱਜ ਜਿਹੜੇ ਅਰਬਾਂ ਖਰਬਾਂ ਦੀ ਗਿਣਤੀ ਵਿੱਚ ਚੰਦ ਸਿਤਾਰੇ ਸੂਰਜ ਲੋਕ ਗਿਣ ਰਹੇ ਨੇ, ਇਹ ਕੋਈ ਅੱਜ ਨਹੀਂ ਰੱਬ ਜੀ ਨੇ ਬਣਾਏ। ਇਹ ਉਦੋਂ ਹੀ ਬਣਾਏ ਜਦੋਂ ਉਹਦਾ ਹੁਕਮ ਹੋਇਆ, ਜਦੋਂ ਉਹਨੇ ਸਮਾਧੀ ਖੋਲੀ, ਜਦੋਂ ਉਹਨੇ ਅੱਖਾਂ ਖੋਲੀਆਂ। ਅੱਖਾਂ ਖੋਲੀਆਂ ਤੋਂ ਮੇਰਾ ਮਤਲਬ ਹੈ ਜਦੋਂ ਸਮਾਧੀ ਵਿੱਚੋਂ ਨਿਕਲਿਆ ਤੇ
ਸੰਕਲਪ ਉੱਠਿਆ, ਉਹ ਹੁਕਮ ਹੋਇਆ ਤੇ ਹੁਕਮ ਵਿੱਚ ਸਭ ਆਕਾਰ ਬਣ ਗਏ। ਪਰ ਗੁਰੂ ਸਾਹਿਬ ਦੀ ਇੱਕ ਪ੍ਰੋਬਲਮ ਜਿਹੜੀ ਸਾਡੇ ਸਾਹਮਣੇ ਉਹ ਰੱਖ ਰਹੇ ਨੇ, ਉਹ ਇਹ ਆ, ਹੁਕਮ ਨਾ ਕਹਿਆ ਜਾਈ। ਉਹ ਜਿਹੜਾ ਹੁਕਮ ਸੀ, ਉਹ ਜਿਹੜਾ ਉਹਦਾ ਸੰਕਲਪ ਵਿੱਚੋਂ ਸੰਕਲਪ ਪੈਦਾ ਕਰਨਾ ਸੀ, ਸਮਾਧੀ ਵਿੱਚੋਂ ਨਿਕਲ ਕੇ, ਉਹ ਅਵਸਥਾ ਬਿਆਨ ਨਹੀਂ ਕੀਤੀ ਜਾ ਸਕਦੀ। ਜੇ ਗੁਰੂ ਸਾਹਿਬ ਇਹ ਗੱਲ ਫਰਮਾ ਰਹੇ ਨੇ ਕਿ ਉਹ ਅਵਸਥਾ ਬਿਆਨ ਨਹੀਂ ਕੀਤੀ ਜਾ ਸਕਦੀ, ਤੇ ਤੁਸੀਂ ਅਸੀਂ ਕੌਣ ਵਿਚਾਰੇ ਆ ਕਿ ਉਹਦੇ ਉੱਤੇ ਕੋਈ ਗੱਲ ਕਰੀਏ, ਕੋਈ ਕਿੰਤੂ ਪਰੰਤੂ ਕਰੀਏ? ਕੁਝ ਨਹੀਂ ਕਰ ਸਕਦੇ। ਕੁਝ ਕਹਿਣਾ ਸਾਡਾ ਵਿਅਰਥ ਹੋਏਗਾ, ਜਿਵੇਂ ਅਸੀਂ ਹਵਾ ਵਿੱਚ ਤਲਵਾਰਾਂ ਚਲਾ ਰਹੇ ਹੋਈਏ, ਇਸ ਤਰ੍ਹਾਂ ਹੋਏਗਾ। ਸੋ ਆਓ ਅਸੀਂ ਸਿਰਫ ਉਹਦੇ ਵੱਲ ਧਿਆਨ ਦਈਏ ਜਿੰਨੀ ਕੁ ਆਪਾਂ ਨੂੰ ਸਮਝ ਪੈ ਰਹੀ ਹੈ। ਸਮਝ ਇਹ ਪੈ ਰਹੀ ਹੈ ਕਿ ਜਬ ਆਕਾਰੇ ਕਛ ਨਾ ਦ੍ਰਿਸ਼ਟੇਤਾ, ਤੇ ਸਵਾਲ ਕੀ ਹੈ, ਪਾਪ ਪੁੰਨ ਤਬ ਕਹਿੰਦੇ ਹੋਤਾ। ਇਹ ਸਵਾਲ ਹੈ। ਹੁਣ ਅਸੀਂ ਪਾਪ ਪੁੰਨ ਦੀ ਗੱਲ ਕਰਦੇ ਹਾਂ, ਸਾਰੀ ਦੁਨੀਆ ਦੇ ਲੋਕ ਕਰਦੇ ਨੇ, ਆਹ ਕੰਮ ਨਾ ਕਰਿਆ ਜੇ ਵੱਡਾ ਪਾਪ ਹੋ ਜਾਏਗਾ, ਤੇ ਧਾਰਮਿਕ ਗੁਰਦੁਆਰਾ ਬਣਾ ਦਿਓ, ਮੰਦਿਰ ਖੜਾ ਕਰ ਦਿਓ, ਕਿਤੇ ਮਸੀਤ ਬਣਾ ਦਿਓ। ਸਾਰੀਆਂ ਲੜਾਈ ਦੀਆਂ ਜੜ੍ਹਾਂ ਨੇ ਧਾਰਮਿਕ ਸਥਾਨ, ਤੇ ਇਹ ਬੜਾ ਵੱਡਾ ਪੁੰਨ ਹੋ ਜਾਏਗਾ, ਇਹ ਬਣਾ ਦਿਓ ਫਟਾਫਟ। ਅਸਲ ਵਿੱਚ ਗੁਰੂ ਸਾਹਿਬ ਕਹਿੰਦੇ ਨੇ ਤੁਸੀਂ ਮੁੱਢੋਂ ਹੀ ਗਲਤ ਜੇ। ਇਹ ਦੋਵੇਂ ਹੀ ਚੀਜ਼ਾਂ ਤੁਹਾਨੂੰ ਦੁਨੀਆ ਵਿੱਚ ਫਸਾਈ ਰੱਖਦੀਆਂ ਨੇ, ਜਿਹਨੂੰ ਤੁਸੀਂ ਪਾਪ ਕਹਿ ਰਹੇ ਹੋ ਤੇ ਜਿਹਨੂੰ ਤੁਸੀਂ ਪੁੰਨ ਕਹਿ ਰਹੇ ਹੋ। ਜੇ ਕਬੀਰ ਸਾਹਿਬ ਨੂੰ ਪੁੱਛੋ, ਉਹਨਾਂ ਨੇ ਤੇ ਬੜਾ ਹੀ ਕਲੀਅਰ ਕਰ ਦਿੱਤਾ। ਉਹ ਕਹਿੰਦੇ ਨੇ ਪਾਪ ਪੁੰਨ ਦੋਏ ਏਕ ਸਮਾਨ। ਤੇ ਫਿਰ ਅਸੀਂ ਪਾਪ ਕਰੀਏ? ਇਹਦਾ ਇਹ ਮਤਲਬ ਨਹੀਂ। ਇਹਦਾ ਮਤਲਬ ਹੈ ਕਿ ਜੇ ਕੋਈ ਮਨੁੱਖ ਪਾਪ ਕਰਮ ਕਰਕੇ ਤੇ ਆਖੇ ਕਿ ਮੈਂ ਹੁਣ ਕਦੀ ਰੱਬ ਜੀ ਦਾ ਦੀਦਾਰ ਹੀ ਨਹੀਂ ਕਰ ਪਾਵਾਂਗਾ, ਮੈਂ ਹੁਣ ਕਦੀ ਚੰਗਾ ਇਨਸਾਨ ਬਣ ਹੀ ਨਹੀਂ ਸਕਾਂਗਾ, ਇਹ ਗਲਤ ਹੈ। ਤੇ ਜੇ ਕੋਈ ਪੁੰਨ ਕਰਕੇ ਆਖੇ ਕਿ ਮੇਰੇ ਵਰਗਾ ਚੰਗਾ ਇਨਸਾਨ ਹੀ ਦੁਨੀਆ 'ਚ ਕੋਈ ਨਹੀਂ, ਇਹ ਵੀ ਗਲਤ ਹੈ। ਸੋ ਪਾਪ ਪੁੰਨ ਦੋਏ ਏਕ ਸਮਾਨ। ਕਿਸੇ ਅਵਸਥਾ ਵਿੱਚ ਜਾ ਕੇ ਇਹਨਾਂ ਦੋਹਾਂ ਤੋਂ ਛੁਟਕਾਰਾ ਕਰਵਾਉਣਾ ਪੈਂਦਾ ਮਨੁੱਖ ਨੂੰ, ਤਾਂ ਇਹਦਾ ਭਲਾ ਹੁੰਦਾ। ਆਤਮਾ ਪਰਮਾਤਮਾ ਵਿੱਚ ਉਦੋਂ ਜਾ ਕੇ ਮਿਲਦੀ ਹੈ ਜਦੋਂ ਇਹ ਪਾਪ ਤੇ ਪੁੰਨ ਦੋਹਾਂ ਤੋਂ ਉੱਚਾ ਉੱਠ ਜਾਏ। ਜੇ ਅਜੇ ਪੁੰਨ ਵਿੱਚ ਫਸਿਆ ਜਾਂ ਪਾਪ ਵਿੱਚ ਫਸਿਆ ਹੈ, ਤੇ ਫਿਰ ਇਹ ਦੁਨਿਆਵੀ ਮਨੁੱਖ ਹੀ ਹੈ। ਇੱਕ ਵਿਚਾਰਵਾਨ ਸੱਜਣ ਕਹਿੰਦੇ ਸਨ ਕਿ ਅਸੀਂ ਕਿਵੇਂ ਫਸੇ ਹਾਂ ਸੰਸਾਰ ਵਿੱਚ, ਚੰਗੇ ਲੋਕ ਤੇ ਮੰਦੇ ਲੋਕ। ਇਸ ਤਰ੍ਹਾਂ ਕਹਿ ਲਓ ਕਿ ਜਿਵੇਂ ਅਸੀਂ ਸਾਰੇ ਹੀ ਜੇਲ੍ਹ ਵਿੱਚ ਹਾਂ, ਤੇ ਜਿਹੜੇ ਚੰਗੇ ਨੇ ਉਹਨਾਂ ਨੂੰ ਹੱਥ ਘੜੀਆਂ ਲੱਗੀਆਂ ਨੇ, ਜਾਂ ਜਿਹੜੀ ਉਹਨਾਂ ਦੀ ਜਿੱਥੇ ਕਿਤੇ ਟਿਕਾਣਾ ਹੈ, ਉਹ ਜਿਹੜੀਆਂ ਬਾਰੀਆਂ ਬੂਹੇ ਨੇ ਬੜੇ ਸੋਹਣੇ ਨੇ, ਜਾਂ ਉਹ ਹੱਥ ਘੜੀਆਂ ਸੋਨੇ ਦੀਆਂ ਲੱਗੀਆਂ ਉਹਨਾਂ ਨੂੰ। ਤੇ ਜਿਹੜੇ ਪਾਪ ਕਰਨ ਵਾਲੇ ਨੇ ਮਾਨੋ ਉਹਨਾਂ ਨੂੰ ਹੱਥ ਘੜੀਆਂ ਲੋਹੇ ਦੀਆਂ ਲੱਗੀਆਂ ਨੇ। ਬਸ ਫਰਕ ਇੰਨਾ ਕਿ ਦੋਵਾਂ ਨੂੰ ਹੀ ਹੱਥ ਘੜੀਆਂ ਲੱਗੀਆਂ ਨੇ, ਪਾਪ ਕਰਨ ਵਾਲਿਆਂ ਨੂੰ ਵੀ, ਪੁੰਨ ਕਰਨ ਵਾਲਿਆਂ ਨੂੰ ਵੀ। ਸੋ ਇਹਨਾਂ ਚੀਜ਼ਾਂ ਨੂੰ ਆਪਾਂ ਸਮਝਣਾ ਹੈ। ਮੇਰਾ ਮਤਲਬ ਇਹ ਨਹੀਂ ਕਿ ਅਸੀਂ ਪੁੰਨ ਕਰਨੇ ਬੰਦ ਕਰ ਦਈਏ ਤੇ ਪਾਪ ਕਰਨ ਲੱਗ ਪਈਏ, ਤੇ ਇਹਦਾ ਮਤਲਬ ਇਹ ਵੀ ਨਹੀਂ ਕਿ ਕੁਝ ਅਸੀਂ ਤਬਦੀਲ ਨਹੀਂ ਕਰ ਸਕਦੇ। ਅਸੀਂ ਬਦਲ ਸਕਦੇ ਹਾਂ, ਚੰਗੇ ਇਨਸਾਨ ਬਣ ਸਕਦੇ ਹਾਂ। ਪਾਪ ਪੁੰਨ ਦੋ ਏਕ ਸਮਾਨ, ਨਿਜ ਘਰ ਪਾਰਸ। ਪਾਰਸ ਕਿਹਨੂੰ ਕਹਿੰਦੇ ਨੇ? ਇੱਕ ਪੁਰਾਣੇ ਸਮੇਂ ਵਿੱਚ ਕਹਿੰਦੇ ਸਨ ਕੋਈ ਪੱਥਰ ਦੀ ਵੱਟੀ ਹੁੰਦੀ ਸੀ, ਤੇ ਉਹਦੇ ਨਾਲ ਜੇ ਤੁਸੀਂ ਲੋਹਾ ਲਗਾ ਦਿਓ ਤੇ ਉਸ ਲੋਹੇ ਨੂੰ ਉਹ ਪਾਰਸ ਦੀ ਵੱਟੀ ਸੋਨੇ ਵਿੱਚ ਤਬਦੀਲ ਕਰ ਦਿੰਦੀ ਸੀ। ਆਪਾਂ ਨਹੀਂ ਵੇਖੀ, ਕਿਸੇ ਵੀ ਨਹੀਂ ਵੇਖੀ ਹੋਣੀ ਉਹ ਪਾਰਸ ਲੋਹੇ ਦੀ ਵੱਟੀ, ਪੱਥਰ ਦੀ ਵੱਟੀ, ਪਰ ਇਹਦਾ ਜ਼ਿਕਰ ਬਹੁਤ ਹੈ ਪੁਰਾਣੇ ਗ੍ਰੰਥਾਂ ਵਿੱਚ ਤੇ ਗੁਰਬਾਣੀ ਵਿੱਚ ਵੀ। ਨਿਜ ਘਰ ਪਾਰਸ, ਉਹ ਪਰਮਾਤਮਾ ਰੂਪੀ ਪਾਰਸ ਤੁਹਾਡੇ ਨਿਜ ਘਰ, ਤੁਹਾਡੇ ਹਿਰਦੇ ਵਿੱਚ, ਤੇ ਤੁਸੀਂ ਆਪਣਾ ਇਹ ਵਿਕਾਰਾਂ ਰੂਪੀ ਲੋਹੇ ਨਾਲ ਭਰਿਆ ਹੋਇਆ ਹਿਰਦਾ ਉਹਦੇ ਨਾਲ ਛੁਆ ਦਿਓ। ਬਸ ਗੱਲ ਇੰਨੀ ਕੀ ਹੈ, ਤੇ ਤੁਸੀਂ ਸੋਨੇ ਵਰਗੇ ਬਣ ਜਾਓਗੇ, ਕੰਚਨ ਵਰਗੇ ਬਣ ਜਾਓਗੇ। ਨਿਜ ਘਰ ਪਾਰਸ ਤਜੋ ਗੁਣ ਆਨ। ਆਨ ਮੈਨੇ ਬਾਕੀ ਹੋਰ ਜਿੰਨੀਆਂ ਵੀ ਚੀਜ਼ਾਂ ਨੇ ਜਿਨ੍ਹਾਂ ਨੂੰ ਅਸੀਂ ਚੰਗੇ ਕਰਮ ਤੇ ਮਾੜੇ ਕਰਮ ਕਹਿ ਰਹੇ ਹਾਂ, ਜਿਨ੍ਹਾਂ ਨੂੰ ਅਸੀਂ ਗੁਣ ਤੇ ਅਵਗੁਣ ਕਹਿ ਰਹੇ ਹਾਂ, ਇਹ ਕੁਛ ਹੀ ਅਵਸਥਾ ਹੈ। ਅਸੀਂ ਸ਼ਾਇਦ ਉਹਨੂੰ ਮੈਂ ਸਮਝ ਨਹੀਂ ਪਾ ਰਿਹਾ, ਜਾਂ ਮੈਨੂੰ ਗੱਲ ਕਰਨੀ ਨਹੀਂ ਆ ਰਹੀ, ਪਤਾ ਨਹੀਂ।
ਉਹ ਇੱਕ ਉੱਚੀ ਆਤਮਿਕ ਅਵਸਥਾ ਹੈ ਜਿਹਦੇ ਵਿੱਚ ਜਾ ਕੇ ਗੁਣ ਤੇ ਔਗਣ ਦੋਵੇਂ ਇੱਕੋ ਜਿਹੇ ਹੋ ਜਾਂਦੇ ਨੇ। ਤੇ ਭਗਤ ਕਬੀਰ ਸਾਹਿਬ ਕਹਿੰਦੇ ਨੇ ਦੋਵੇਂ ਹੀ ਛੱਡਣੇ ਪੈਣੇ ਨੇ। ਨਿਜ ਘਰ ਪਾਰਸ ਤਜੋ ਗੁਣ ਆਨ, ਬਾਕੀ ਸਾਰੀਆਂ ਚੀਜ਼ਾਂ ਤੁਹਾਨੂੰ ਤਿਆਗਣੀਆਂ ਪੈਣਗੀਆਂ। ਤੇ ਨਿਜ ਘਰ ਪਾਰਸ ਜਿਹੜਾ ਵਾਹਿਗੁਰੂ ਰੂਪ ਅੰਦਰ ਤੁਹਾਡੇ ਬੈਠਾ ਹੈ, ਉਹ ਪਾਰਸ ਦੀ ਵੱਟੀ, ਉਹਦੇ ਨਾਲ ਆਪਣੇ ਹਿਰਦੇ ਨੂੰ ਛੁਹਾਓ ਤੇ ਤੁਸੀਂ ਕੰਚਨ ਬਣ ਜਾਓਗੇ। ਜਬ ਆਕਾਰ ਕਛ ਨਾ ਦ੍ਰਿਸ਼ਟੇਤਾ, ਜਦੋਂ ਕੁਝ ਦਿਸਦਾ ਹੀ ਨਹੀਂ ਸੀ, ਪਾਪ ਪੁੰਨ ਤਬ ਕਹਤੇ ਹੋਤਾ। ਜੇ ਅੱਜ ਅਸੀਂ ਪਾਪ ਤੇ ਪੁੰਨ ਦੀ ਗੱਲ ਕਰਕੇ ਕਿਸੇ ਨੂੰ ਚੰਗਾ ਕਹਿ ਰਹੇ ਹਾਂ ਤੇ ਕਿਸੇ ਨੂੰ ਮੰਦਾ ਕਹਿ ਰਹੇ ਹਾਂ, ਤੇ ਸਵਾਲ ਇਹ ਆ ਕਿ ਉਦੋਂ ਇਹ ਪਾਪ ਪੁੰਨ ਕਿੱਥੇ ਸਨ ਤੇ ਕਿਹਦੇ ਤੋਂ ਹੁੰਦੇ ਸਨ, ਕੌਣ ਕਰਦਾ ਸੀ? ਭਾਵ ਇਹ ਸਭ ਕੁਝ ਹੈ ਹੀ ਨਹੀਂ ਸੀ, ਕੁਝ ਵੀ ਨਹੀਂ ਸੀ। ਫਿਰ ਦੂਸਰਾ ਬਚਨ, ਜਬ ਧਾਰੀ ਆਪਨ ਸੁਨ ਸਮਾਦ, ਤਬ ਬੈਰ ਵਿਰੋਧ ਕਿਸ ਸੰਗ ਕਮਾਤ। ਜਦੋਂ ਵਾਹਿਗੁਰੂ ਜੀ ਆਪ ਸੁੰਨ ਅਵਸਥਾ ਵਿੱਚ ਜਾਂ ਅਫੁਰ ਅਵਸਥਾ ਵਿੱਚ ਬੈਠੇ ਸਨ, ਤਬ ਉਸ ਵੇਲੇ ਬੈਰ ਵਿਰੋਧ ਕਿਸ ਸੰਗ ਕਮਾਤ, ਕੌਣ ਕਿਸੇ ਨਾਲ ਵੈਰ ਵਿਰੋਧ ਕਮਾਉਂਦਾ ਸੀ, ਕੌਣ ਕਿਸੇ ਨੂੰ ਬੁਰਾ ਤੇ ਕੌਣ ਕਿਸੇ ਨੂੰ ਭਲਾ ਆਖਦਾ ਸੀ। ਜਦੋਂ ਮਾਲਕ ਸੁੰਨ ਅਵਸਥਾ ਵਿੱਚ ਬੈਠਾ ਸੀ, ਜਿੱਥੇ ਕੋਈ ਆਕਾਰ ਹੈ ਹੀ ਨਹੀਂ ਸੀ। ਫਿਰ ਆਪ ਜੀ ਦਾ ਅਗਲਾ ਬਚਨ ਨੇ, ਜਬ ਇਸਕਾ ਬਰਨ ਚੇਹਨ ਨਾ ਜਾਪਤ, ਤਬ ਹਰਖ ਸੋਗ ਕਹੋ ਕਿਸਹਿ ਵਿਆਪਤ। ਜਦੋਂ ਬਰਨ ਚੇਹਨ ਰੂਪ ਰੰਗ ਅਰ ਰੇਖ ਭੇਖ, ਕੋ ਕਹਿ ਨਾ ਸਕਤ ਕੇਹ, ਤ੍ਰਹਿ ਗੁਣ ਤੇ ਪ੍ਰਭ ਭਿੰਨ। ਜਦੋਂ ਉਹ ਬਰਨ ਚਿਹਨ ਤੋਂ ਨਿਆਰਾ ਸੀ, ਉਹਦਾ ਕੋਈ ਚੀਜ਼ ਨਜ਼ਰ ਹੀ ਨਹੀਂ ਆ ਰਹੀ ਸੀ, ਕੁਝ ਜਾਪਦਾ ਹੀ ਨਹੀਂ ਸੀ ਕਿ ਇਸ ਪੂਰੇ ਬ੍ਰਹਿਮੰਡ ਵਿੱਚ ਕੁਝ ਹੈ ਵੀ ਹੈ ਕਿ ਨਹੀਂ। ਤਬ ਉਸ ਵਕਤ ਹਰਖ ਸੋਗ, ਹਰਖ ਮੈਨੇ ਖੁਸ਼ੀ, ਸੋਗ ਮੈਨੇ ਗਮੀ, ਕਹੋ ਕਿਸੈ ਵਿਆਪਤ। ਦੱਸੋ ਉਹ ਖੁਸ਼ੀ ਤੇ ਗਮੀ ਕਿਹਨੂੰ ਵਿਆਪਦੀ ਸੀ? ਕੌਣ ਗਮਗੀਨ ਹੁੰਦਾ ਸੀ ਤੇ ਕੌਣ ਖੁਸ਼ ਹੁੰਦਾ ਸੀ? ਜਦੋਂ ਉਸ ਮਾਲਕ ਦਾ ਕੋਈ ਬਰਨ ਚਿਹਨ, ਚੱਕਰ ਚਿਹਨ ਕੁਝ ਨਜ਼ਰ ਹੀ ਨਹੀਂ ਸੀ ਆਉਂਦਾ। ਤੇ ਚੌਥਾ ਸਵਾਲ ਹੈ, ਜਬ ਆਪਨ ਆਪ ਆਪ ਪਾਰ ਬ੍ਰਹਮ, ਤਬ ਮੋਹ ਕਾਹਾਂ ਕਿਸ ਹੋਵਤ ਭਰਮ। ਜਦੋਂ ਵਾਹਿਗੁਰੂ ਪਾਰ ਬ੍ਰਹਮ ਅਕਾਲ ਪੁਰਖ ਪਰਮਾਤਮਾ ਆਪਣੇ ਆਪ ਵਿੱਚ ਆਪ ਹੀ ਸੀ, ਸੁਨ ਸਮਾਧੀ ਵਿੱਚ, ਅਫੁਰ ਅਵਸਥਾ ਵਿੱਚ, ਤਬ ਮੋਹ ਕਾਹਾਂ ਕਿਸ ਹੋਵਤ ਭਰਮ। ਕੀ ਸੀ ਮੋਹ ਉਦੋਂ? ਕਿਹਦਾ ਸੀ ਮੋਹ? ਤੇ ਜਿਹੜੇ ਅੱਜ ਸਾਨੂੰ ਮੋਹ ਦੇ ਭਰਮ ਪੈਦਾ ਹੋ ਚੁੱਕੇ ਨੇ ਸਾਡੇ ਅੰਦਰ, ਇਹ ਕਿੱਥੇ ਸਨ ਉਦੋਂ? ਤਬ ਮੋਹ ਕਾਹਾਂ ਕਿਸ ਹੋਵਤ ਭਰਮ। ਕਿਹਨੂੰ ਭਰਮ ਪੈਂਦੇ ਸਨ ਇਹ ਮੋਹ ਦੇ? ਕਿਹਨੂੰ ਭਰਮ ਪੈਂਦੇ ਸਨ ਅੱਜ ਜਿਹੜੇ ਸਾਨੂੰ ਧਾਰਮਿਕ ਰਸਮ ਰਿਵਾਜਾਂ ਦੇ ਭਰਮ ਪੈ ਚੁੱਕੇ ਨੇ, ਜਿਨ੍ਹਾਂ ਨੂੰ ਅਸੀਂ ਛੱਡਣ ਲਈ ਹਰਗਿਜ਼ ਰਾਜੀ ਨਹੀਂ ਆ। ਔਰ ਇਹ ਧਾਰਮਿਕ ਕਰਮ ਕਾਂਡ ਕਰਕੇ ਆਪਾਂ ਸਮਝਦੇ ਅਸੀਂ ਪੁੰਨ ਕਰਮ ਕਰ ਰਹੇ ਹਾਂ, ਤੇ ਗੁਰੂ ਸਾਹਿਬ ਇਹੋ ਜਿਹੇ ਪੁੰਨ ਨੂੰ ਪੁੰਨ ਹੀ ਨਹੀਂ ਮੰਨਦੇ। ਤੇ ਫਿਰ ਅਸੀਂ ਕੀ ਕਰੀਏ? ਆਓ ਗੁਰੂ ਸਾਹਿਬ ਦੀ ਵਿਚਾਰਧਾਰਾ ਨੂੰ ਸਮਝੀਏ ਤੇ ਉਹਦੇ ਮੁਤਾਬਕ ਆਪਣਾ ਜੀਵਨ ਜਿਉਣ ਦੀ ਕੋਸ਼ਿਸ਼ ਕਰੀਏ। ਇਹ ਕਰਮ ਧਰਮ ਪਾਖੰਡ ਜੋ ਦੀਸੈ ਤਿਨ ਜਮ ਜਾਗਾਤੀ ਲੂਟੈ। ਚਾਹੇ ਕਿਸੇ ਨੇ ਪੁੰਨ ਕਮਾ ਲਏ ਨੇ, ਚਾਹੇ ਕਿਸੇ ਨੇ ਪਾਪ ਕਮਾ ਲਏ ਨੇ, ਸਭ ਜਮ ਦੀ ਫਾਹੀ ਵਿੱਚ ਫਸਣਗੇ। ਤੇ ਫਿਰ ਛੁਟਕਾਰਾ ਕਿਵੇਂ ਹੋਏਗਾ? ਨਿਰਬਾਨ ਕੀਰਤਨ ਗਾਵੋ ਕਰਤੇ ਕਾ, ਨਿਮਖ ਸਿਮਰਤ ਜਿਤ ਛੂਟੈ। ਆਹ ਕੰਮ ਕਰਨ ਵਾਲਾ ਹੈ। ਵਾਹਿਗੁਰੂ ਦਾ ਸਿਮਰਨ ਕਰਨਾ ਹੈ, ਵਾਹਿਗੁਰੂ ਦੀ ਉਸਤਤ ਕਰਨੀ ਹੈ। ਤੇ ਉਸਤਤ ਉਹਦੀ ਕਰਨੀ ਜਿਹਦਾ ਕੱਖ ਵੀ ਨਹੀਂ ਦਿਸਦਾ, ਜਿਹਦਾ ਕੋਈ ਰੂਪ ਨਹੀਂ, ਕੋਈ ਰੰਗ ਨਹੀਂ, ਕੋਈ ਰੇਖ ਨਹੀਂ, ਕੋਈ ਭੇਖ ਨਹੀਂ, ਕੁਛ ਵੀ ਨਹੀਂ, ਉਹਦੀ ਉਸਤਤ ਕਰਨੀ ਹੈ। ਬੜਾ ਔਖਾ ਕੰਮ ਹੈ, ਇੰਨਾ ਆਸਾਨ ਨਹੀਂ। ਜਿਵੇਂ ਅਸੀਂ ਵਾਹਿਗੁਰੂ ਵਾਹਿਗੁਰੂ ਦੀ ਰੱਟ ਲਗਾ ਰੱਖੀ ਹੈ। ਮੈਂ YouTube ਤੇ ਕੱਲ ਪਰਸੋਂ ਹੀ ਵੇਖਿਆ, ਸਿੱਖ ਲੱਗੇ ਨੇ ਜਿਵੇਂ ਪਾਗਲ ਹੋ ਗਏ ਨੇ। ਕਿਸੇ ਦੀ ਪੱਗ ਲੱਥ ਰਹੀ ਹੈ, ਕੋਈ ਹੂ ਹਾ ਕਰ ਰਿਹਾ, ਕੋਈ ਵਾਹਿਗੁਰੂ, ਪਤਾ ਨਹੀਂ ਕੀ ਕੀ ਬੋਲੀ ਜਾ ਰਹੇ। ਇਸ ਤਰ੍ਹਾਂ ਕਰਨ ਨਾਲ ਰੱਬ ਮਿਲੇਗਾ ਕਿਤੇ? ਇਸ ਤਰ੍ਹਾਂ ਕਰਨ ਨਾਲ ਰੱਬ ਦਾ ਆਕਾਰ ਸਾਡੇ ਅੰਦਰ ਸਮਾ ਜਾਏਗਾ ਕਿਤੇ? ਇਹ ਤੇ ਮੈਨੂੰ ਨਹੀਂ ਲੱਗਦਾ ਕਿ ਕੋਈ ਅਸੀਂ ਬੜਾ ਪੁੰਨ ਕਰਮ ਤੇ ਭਲਾ ਕਰਮ ਕਮਾ ਰਹੇ ਹਾਂ। ਸਗੋਂ
ਵੇਖਣ ਵਾਲਿਆਂ ਨੂੰ, ਆਪਣੇ ਬੱਚਿਆਂ ਨੂੰ, ਹੋਰ ਦੂਜਿਆਂ ਤੀਜਿਆਂ ਨੂੰ ਕੁਰਾਏ ਪਾ ਰਹੇ ਹਾਂ। ਇਸ ਤਰ੍ਹਾਂ ਕੁਛ ਵਾਹਿਗੁਰੂ ਨਹੀਂ ਹੋਣ ਵਾਲਾ, ਇਸ ਤਰ੍ਹਾਂ ਕੁਛ ਰਾਮ ਰਹੀਮ ਨਹੀਂ ਹੋਣ ਵਾਲਾ। ਨਿਰਬਾਨ ਕੀਰਤਨ ਗਾਵੋ ਕਰਤੇ ਕਾ, ਨਿਮਖ ਸਿਮਰਤ ਜਿਤ ਛੂਟੈ। ਨਿਰਬਾਨ ਕੀਰਤਨ ਗਾਵੋ, ਕਿਹਦਾ? ਕਰਤੇ ਦਾ। ਕਿਹੜਾ ਕਰਤਾ? ਜਿਹਦਾ ਕੋਈ ਆਕਾਰ ਹੀ ਨਹੀਂ। ਪਰ ਸਾਨੂੰ ਇਹ ਤੇ ਪਤਾ ਨਾ ਸਾਨੂੰ ਕੋਈ ਬਣਾਉਣ ਵਾਲਾ ਹੈ। ਇਹਦੇ ਉੱਤੇ ਤਾਂ ਅਸੀਂ ਮੁਨਕਰ ਨਹੀਂ ਨਾ ਹੋ ਪਾਵਾਂਗੇ ਤੇ ਸਾਨੂੰ ਕੋਈ ਬਣਾਉਣ ਵਾਲੀ ਹਸਤੀ ਹੈ, ਪਤਾ ਨਹੀਂ ਉਹ ਕੌਣ ਹੈ। ਉਹ ਜੋ ਵੀ ਹੈ, ਜਿਹੜਾ ਵੀ ਹੈ, ਉਹਦੀ ਸਿਫਤ ਕਰਨੀ ਹੈ, ਉਹਦਾ ਸਿਮਰਨ ਕਰਨਾ। ਮਾਂ ਕੀ ਰਕਤ ਪਿਤਾ ਬਿੰਦ ਧਾਰਾ, ਦੋ ਬੂੰਦਾਂ ਖੂਨ ਦੀਆਂ, ਦੋ ਬੂੰਦਾਂ ਬੀਰਜ ਦੀਆਂ ਇਕੱਠੀਆਂ ਕਰਕੇ ਜਿੰਨੇ ਇਹੋ ਜਿਹਾ ਸੋਹਣਾ ਆਕਾਰ ਬਣਾ ਦਿੱਤਾ, ਕੋਈ ਤੇ ਹੋਵੇਗਾ। ਬਸ ਉਹਦਾ ਸਿਮਰਨ ਕਰਨਾ, ਉਹਨੂੰ ਚੇਤੇ ਕਰਨਾ। ਜਿੱਦਣ ਉਹ ਸਾਡੀ ਸਿਮਰਤੀ ਵੇ ਸਾਡੇ ਚੇਤੇ ਵਿੱਚ ਆ ਗਿਆ, ਸਮਝੋ ਅਸੀਂ ਉਹਦੇ ਨੇੜੇ ਹੋ ਜਾਵਾਂਗੇ। ਤੇ ਜਿੰਨਾ ਚਿਰ ਆਉਂਦਾ ਨਹੀਂ, ਉਹਨਾਂ ਚਿਰ ਲੱਖ ਸਿਰ ਮਾਰੀ ਜੀਏ, ਕੁਛ ਨਹੀਂ ਬਣਨ ਵਾਲਾ। ਸੋ ਗੁਰੂ ਸਾਹਿਬ ਫਰਮਾ ਰਹੇ ਨੇ, ਜਬ ਆਪਨ ਆਪ ਆਪ ਪਾਰ ਬ੍ਰਹਮ, ਉਹ ਵਾਹਿਗੁਰੂ ਜਦੋਂ ਆਪਣੇ ਆਪ ਵਿੱਚ ਆਪ ਹੀ ਸੀ, ਤਬ ਮੋਹ ਕਹਾਂ ਕਿਹੜਾ ਮੋਹ ਸੀ, ਕਿਸ ਹੋਵਤ ਭਰਮ। ਕਿਹਨੂੰ ਇਹ ਭਰਮ ਭੁਲੇਖੇ ਪੈ ਰਹੇ ਸਨ ਜਿਹੜੇ ਅੱਜ ਅਸੀਂ ਖੜੇ ਕੀਤੇ ਨੇ? ਕਿਸੇ ਨੂੰ ਵੀ ਨਹੀਂ, ਕਿਉਂਕਿ ਕੁਝ ਹੈ ਹੀ ਨਹੀਂ ਸੀ। ਤੇ ਫਿਰ ਇਹਨਾਂ ਚਾਰਾਂ ਸਵਾਲਾਂ ਦਾ ਜਵਾਬ ਗੁਰੂ ਜੀ ਨੇ ਦਿੱਤਾ, ਆਪਨ ਖੇਲ ਆਪ ਵਰਤੀਜਾ। ਸਾਨੂੰ ਇਹਦੇ ਉੱਤੇ ਬਹੁਤਾ ਸਿਰ ਖਪਾਈ ਕਰਨ ਦੀ ਲੋੜ ਨਹੀਂ। ਗੁਰੂ ਸਾਹਿਬ ਨੇ ਬੜਾ ਕਲੀਅਰ ਕਰ ਦਿੱਤਾ ਹੈ ਕਿ ਇਹ ਪੂਰਾ ਦੁਨਿਆਵੀ ਖੇਲ ਜੋ ਹੈ ਨਾ, ਤਮਾਸ਼ਾ ਜਿਹੜਾ ਹੈ ਨਾ, ਇਹ ਮਾਲਕ ਨੇ ਆਪ ਹੀ ਵਰਤਾਇਆ ਹੈ। ਉਸੇ ਹੀ ਮਾਲਕ ਨੇ ਵਰਤਾਇਆ ਜਿਹਨੂੰ ਆਪਾਂ ਯਾਦ ਕਰਨਾ ਹੈ, ਉਸੇ ਹੀ ਮਾਲਕ ਨੇ ਵਰਤਾਇਆ ਜਿਹਦਾ ਆਪਾਂ ਸਿਮਰਨ ਕਰਨਾ ਹੈ, ਉਸੇ ਹੀ ਮਾਲਕ ਨੇ ਵਰਤਾਇਆ ਜਿਹਨੂੰ ਆਪਾਂ ਆਪਣੀ ਸਿਮਰਤੀ ਦੇ ਵਿੱਚ ਲਿਆਉਣਾ ਹੈ। ਆਪਨ ਖੇਲ, ਇਹ ਉਹਦਾ ਆਪਣਾ ਹੀ ਖੇਲ ਹੈ, ਕਿਸੇ ਬੰਦੇ ਦਾ ਬਣਾਇਆ ਹੋਇਆ ਨਹੀਂ। ਕਦੋਂ ਬਣਾਇਆ, ਕਿਵੇਂ ਬਣਾਇਆ, ਇਹਦੇ ਉੱਤੇ ਸਾਨੂੰ ਬਹੁਤਾ ਸੋਚਣ ਦੀ ਲੋੜ ਨਹੀਂ। ਸਿੱਧੀ ਜੀ ਗੱਲ ਹੈ ਕਿ ਮਾਲਕ ਦਾ ਆਪਣਾ ਖੇਲ ਹੈ ਤੇ ਉਹਨੇ ਆਪ ਵਰਤਾਇਆ। ਚਾਹੇ ਉਹ ਵੱਡਾ ਜਾਂ ਧਮਾਕਾ ਕਰਕੇ ਵਰਤਾਇਆ ਹੋਵੇ ਤੇ ਚਾਹੇ ਸੁੰਨ ਅਵਸਥਾ ਵਿੱਚ ਬਹਿ ਕੇ ਵਰਤਾਇਆ ਹੋਵੇ, ਜਿਵੇਂ ਵੀ ਵਰਤਾਇਆ ਉਹਨੇ ਵਰਤਾਇਆ ਹੈ। ਨਾਨਕ ਕਰਨਹਾਰ ਨਾ ਦੂਜਾ। ਸਤਿਗੁਰੂ ਫਰਮਾ ਰਹੇ ਨੇ ਕਿ ਹੋਰ ਕੋਈ ਹਸਤੀ ਮੈਨੂੰ ਤੇ ਨਜ਼ਰ ਨਹੀਂ ਜੇ ਆ ਰਹੀ ਜਿਨਨੇ ਸਭ ਕੁਝ ਬਣਾ ਦਿੱਤਾ ਹੋਵੇ। ਸੋ ਇਹ ਸਾਡੇ ਸਾਰੇ ਸਵਾਲਾਂ ਦੇ ਜਵਾਬ ਗੁਰੂ ਅਰਜਨ ਦੇਵ ਮਹਾਰਾਜ ਨੇ ਦਿੱਤੇ ਨੇ ਕਿ ਕਰਨਹਾਰ ਨਾ ਦੂਜਾ। ਕੋਈ ਦੂਜਾ ਨਹੀਂ, ਇੱਕੋ ਇੱਕੋ ਮਾਲਕ ਆਪ ਹੈ। ਅਸੀਂ ਉਹਦੇ ਵਿੱਚ ਹਾਂ, ਉਹ ਸਾਡੇ ਵਿੱਚ ਹੈ। ਬਸ ਇੱਕੋ ਹੀ ਗੱਲ ਸਾਡਾ ਵਿਗਾੜ ਪੈ ਗਿਆ ਕਿ ਸਾਡੇ ਅੰਦਰ ਇੱਕ ਹਉਮੈ ਦੀ ਦੀਵਾਰ ਖੜੀ ਹੋ ਗਈ। ਉਸ ਹਉਮੈ ਦੀ ਪਤਲੀ ਜਿਹੀ ਬਾਰੀਕ ਜਿਹੀ ਦੀਵਾਰ ਦੇ ਕਾਰਨ ਉਹ ਕਰਤਾ ਜਿਹਨੇ ਸਾਨੂੰ ਪੈਦਾ ਕੀਤਾ ਤੇ ਅਸੀਂ ਜਿਹੜੀ ਕ੍ਰੀਏਸ਼ਨ ਹਾਂ, ਜਿਹੜੇ ਪੈਦਾ ਹੋਏ ਹਾਂ, ਅਸੀਂ ਤੇ ਉਹ ਕਰਨ ਵਾਲਾ ਵੱਖਰੇ ਵੱਖਰੇ ਹੋ ਗਏ। ਸੋ ਉਸ ਦੀਵਾਰ ਨੂੰ ਤੋੜਨਾ ਹੈ ਤੇ ਉਸ ਨੂੰ ਤੋੜਿਆ ਜਾਏਗਾ ਉਸ ਮਾਲਕ ਦੇ ਸਿਮਰਨ ਨਾਲ। ਤੇ ਸਿਮਰਨ ਸਹਿਜ ਵਿੱਚ। ਸਹਿਜ ਤੋਂ ਮਤਲਬ ਰੌਲਾ ਨਹੀਂ ਪਾਉਣਾ, ਸ਼ੋਰ ਸ਼ਰਾਬਾ ਨਹੀਂ ਕਰਨਾ, ਆਰਾਮ ਨਾਲ ਚੌਂਕੜਾ ਲਗਾ ਕੇ ਬੈਠੋ, ਮਹਾਂਪੁਰਸ਼ਾਂ ਦੀ ਤਰ੍ਹਾਂ, ਚੰਗੇ ਟਿਕੇ ਹੋਏ ਮਨੁੱਖਾਂ ਦੀ ਤਰ੍ਹਾਂ ਚੌਂਕੜਾ ਲਗਾ ਕੇ ਬੈਠ ਕੇ ਫਿਰ ਆਪਣੇ ਮਨ ਨੂੰ ਇਕਾਗਰ ਕਰਨ ਦੀ ਕੋਸ਼ਿਸ਼ ਕਰੋ। ਤੇ ਇਕਾਗਰ ਕਿੱਥੇ ਕਰਨਾ ਹੈ? ਸਵਾਲ ਬੜੇ ਨੇ ਇਹੋ ਜਿਹੇ ਸਾਡੇ ਮਨਾਂ ਵਿੱਚ। ਬਸ ਕਿਤੇ ਨਹੀਂ ਕਰਨਾ। ਤੁਸੀਂ ਸੌਣ ਲੱਗੇ ਅੱਜ ਇੱਕ ਧਿਆਨ ਰੱਖਣਾ, ਜੇ ਕਿਸੇ ਨੂੰ ਕੋਈ ਥੋੜਾ ਜਿਹਾ ਮਹਿਸੂਸ ਹੋਵੇ ਤੇ ਬੇਸ਼ੱਕ ਮੈਨੂੰ ਵੀ ਆ ਕੇ ਦੱਸਣਾ। ਜਦੋਂ ਸੌਣ ਲੱਗੋਗੇ, ਆਪਣੇ ਬੈੱਡ ਤੇ ਜਾਓਗੇ, ਬਿਲਕੁਲ ਸਿੱਧੇ ਲੰਮੇ ਪਵੋਗੇ, ਅੱਖਾਂ ਬੰਦ ਕਰਨਾ ਤੇ ਵੇਖਣਾ ਤੁਹਾਡਾ ਧਿਆਨ ਕਿੱਥੇ ਜਾਂਦਾ ਹੈ। ਧਿਆਨ ਰੱਖਣਾ, ਧਿਆਨ ਕਿੱਥੇ ਜਾਂਦਾ ਹੈ। ਜੇ ਤੁਸੀਂ ਰੱਖ ਪਾਏ ਤੇ ਤੁਹਾਨੂੰ ਇੱਕ ਰਸਤਾ ਮਿਲੇਗਾ ਜਿਸ ਰਸਤੇ ਤੇ ਚੱਲ ਕੇ ਅੱਗੇ ਵਧਣਾ ਹੈ। ਜੇ ਨਾ ਰੱਖ ਪਾਏ ਤੇ ਫਿਰ 50-60 ਸਾਲ ਆਪਾਂ ਗਵਾ ਹੀ ਲੈਣੇ ਪੈਂਦੇ। ਜੇ ਉਹਨਾਂ 'ਚ ਨਹੀਂ ਸਾਨੂੰ ਉਹ ਧਿਆਨ ਆਇਆ ਤੇ ਅੱਗੇ ਵੀ ਕੋਈ ਨਹੀਂ ਆਉਣਾ। ਪਰ ਕੋਸ਼ਿਸ਼ ਤਾਂ ਕਰੀਏ, ਧਿਆਨ ਰੱਖਣ ਦੀ ਕੋਸ਼ਿਸ਼ ਕਰਨਾ। ਜਦੋਂ ਅੱਖਾਂ ਬੰਦ ਕਰੋਗੇ ਧਿਆਨ ਕਿੱਥੇ ਜਾਂਦਾ ਹੈ, ਇਹ ਧਿਆਨ ਰੱਖਣਾ ਹੈ ਤੁਸੀਂ। ਜੇ ਰੱਖ ਪਾਏ ਤੇ ਸਿਮਰਨ ਸ਼ੁਰੂ ਹੋ ਜਾਏਗਾ, ਜੇ ਨਾ ਰੱਖ ਪਾਏ
ਤੇ ਸਿਮਰਤੀ ਵਾਲੀ ਗੱਲ ਨਹੀਂ ਬਣਨ ਵਾਲੀ। ਸਿਮਰਨ ਦਾ ਅਰਥ ਬੋਲਣਾ ਨਹੀਂ ਹੁੰਦਾ, ਸਿਮਰਨ ਦਾ ਅਰਥ ਹੁੰਦਾ ਚੇਤਾ। ਉਹ ਸਾਡੇ ਚੇਤੇ ਵਿੱਚ ਵਸ ਜਾਏ ਬਸ। ਸੋ ਫਿਰ ਕਰਨੇ ਹਾਰ ਨਾ ਦੂਜਾ, ਇਹ ਸਮਝ ਆਉਣ ਲੱਗ ਪਏਗੀ ਕਿ ਉਹ ਮੇਰਾ ਮਾਲਕ ਜਿਸ ਨੇ ਮੈਨੂੰ ਪੈਦਾ ਕੀਤਾ ਹੈ, ਉਹ ਮੇਰੇ ਨਾਲ ਏ, ਮੈਂ ਉਹਦੇ ਵਿੱਚ ਹਾਂ, ਉਹ ਮੇਰੇ ਵਿੱਚ ਹੈ। ਅਸੀਂ ਦੋਵੇਂ ਕੋਈ ਵੱਖਰੇ ਨਹੀਂ ਆ, ਓਤ ਪੋਤ ਹਾਂ, ਤਾਣੇ ਪੇਟੇ ਦੀ ਤਰ੍ਹਾਂ ਹਾਂ। ਤੇ ਉਸ ਮਾਲਕ ਨਾਲ ਕਿਸੇ ਦਾ ਜਦੋਂ ਵੀ ਮਨ ਜੁੜੇ, ਉਹ ਧਨ ਭਾਗਾਂ ਵਾਲਾ ਬਣ ਜਾਏਗਾ, ਉਹ ਵਡਭਾਗੀ ਹੋ ਜਾਏਗਾ। ਸੋ ਸੰਖੇਪ ਵਿੱਚ ਇੱਕ ਵਾਰੀ ਸਮਝ ਲੈਂਦੇ ਆ, ਗੁਰੂ ਸਾਹਿਬ ਫਰਮਾ ਰਹੇ ਨੇ ਕਿ ਜਦੋਂ ਭਾਈ ਦੱਸੋ ਕੋਈ ਆਕਾਰ ਹੀ ਨਹੀਂ ਸੀ, ਉਦੋਂ ਪਾਪ ਪੁੰਨ ਕਿਹਦੇ ਤੋਂ ਹੁੰਦਾ ਸੀ, ਕੌਣ ਕਰਦਾ ਸੀ? ਜਦੋਂ ਮਾਲਕ ਅਫੁਰ ਅਵਸਥਾ ਵਿੱਚ ਬੈਠਾ ਸੀ ਤੇ ਦੱਸੋ ਉਦੋਂ ਕੌਣ ਵੈਰ ਵਿਰੋਧ ਕਿਸੇ ਨਾਲ ਕਮਾਉਂਦਾ ਸੀ? ਹੁਣ ਵੀ ਜਦੋਂ ਕੋਈ ਅਫੁਰ ਸਮਾਧੀ ਵਿੱਚ ਚਲਾ ਜਾਏਗਾ, ਕਿਸੇ ਨਾਲ ਵੈਰ ਵਿਰੋਧ ਨਹੀਂ ਕਮਾਏਗਾ, ਉਹ ਸ਼ਾਂਤ ਹੋ ਜਾਏਗਾ। ਜਦੋਂ ਵਾਹਿਗੁਰੂ ਦਾ ਕੋਈ ਬਰਨ ਚਿਹਨ ਜਾਪਦਾ ਹੀ ਨਹੀਂ ਸੀ, ਦਿਸਦਾ ਹੀ ਨਹੀਂ ਸੀ, ਉਦੋਂ ਦੱਸੋ ਖੁਸ਼ੀ ਤੇ ਗਮੀ ਕਿਹਨੂੰ ਵਿਆਪਦੀ ਸੀ? ਜਦੋਂ ਵਾਹਿਗੁਰੂ ਆਪਣੇ ਆਪ ਵਿੱਚ ਆਪ ਹੀ ਆਪ ਸੀ, ਦੱਸੋ ਉਦੋਂ ਮੋਹ ਕਿੱਥੇ ਸੀ ਤੇ ਆ ਭਰਮ ਕਿਸ ਨੂੰ ਪਏ ਹੋਏ ਸਨ? ਆਪਨ ਖੇਲ ਆਪ ਵਰਤੀਜਾ। ਇਹ ਪੂਰਾ ਖੇਲ ਤਮਾਸ਼ਾ ਉਹਨੇ ਆਪ ਵਰਤਾਇਆ। ਨਾਨਕ ਕਰਨੈ ਹਾਰ ਨਾ ਦੂਜਾ, ਦੂਜਾ ਕੋਈ ਹੋਰ ਨਹੀਂ ਇਸ ਨੂੰ ਕਰਨ ਵਾਲਾ। ਜਿਸ ਨੇ ਕੀਤਾ ਆਪਾਂ ਉਸ ਨੂੰ ਯਾਦ ਕਰਨਾ ਹੈ। ਜਿਵੇਂ ਜਿਵੇਂ ਉਸ ਨੂੰ ਯਾਦ ਕਰਾਂਗੇ, ਉਹਦੀ ਯਾਦ ਮਿੱਠੀ ਤੇ ਪਿਆਰੀ ਲੱਗਣ ਲੱਗੇਗੀ। ਜਿਵੇਂ ਜਿਵੇਂ ਯਾਦ ਮਿੱਠੀ ਤੇ ਪਿਆਰੀ ਲੱਗੇਗੀ, ਤਿਵੇਂ ਤਿਵੇਂ ਸਾਡੇ ਹਿਰਦੇ ਵਿੱਚ ਉਹ ਯਾਦ ਵਸਦੀ ਜਾਏਗੀ, ਅਸੀਂ ਉਹਦੇ ਨੇੜੇ ਜਾਂਦੇ ਜਾਵਾਂਗੇ। ਇੰਨੇ ਕੁ ਬਚਨ ਅੱਜ ਪ੍ਰਵਾਨ ਕਰਨਾ ਜੀ। ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨਾ। ਪਿਆਰ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।